प्यारे बच्चों, सत श्री अकाल। मैं शहनाज सिद्धू सरकारी हाई स्कूल गिੱਦੜ ਜ਼ਿਲ੍ਹਾ ਬਠਿੰਡਾ ਤੋਂ। ਅੱਜ ਬੇਟਾ ਆਪਾਂ ਆਪਣੀ 10ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚ ਦਰਜ ਕਹਾਣੀ ਬਾਗੀ ਦੀ ਧੀ ਬਾਰੇ ਗੱਲ ਕਰਾਂਗੇ। ਇਹ ਕਹਾਣੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਲਿਖੀ ਹੋਈ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫਰ ਦਾ ਜਨਮ 1899 ਈਸਵੀ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਭਾਈ ਸੁਜਾਨ ਸਿੰਘ ਸੀ। ਆਪ ਦਾ ਪਿੰਡ ਉਦੋਵਾਲ ਜ਼ਿਲ੍ਹਾ ਕੈਂਬਲਪੁਰ ਦੇ ਵਿੱਚ ਸੀ। ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪ ਨੇ ਅਧਿਆਪਕ ਵਜੋਂ ਕੁਝ ਦੇਰ ਨੌਕਰੀ ਕੀਤੀ, ਪਰ 1922 ਈਸਵੀ ਦੇ ਵਿੱਚ ਆਪ ਪਹਿਲਾਂ ਅਕਾਲੀ ਲਹਿਰ ਤੇ ਫਿਰ ਕਾਂਗਰਸ ਲਹਿਰ ਦੇ ਵਿੱਚ ਸ਼ਾਮਿਲ ਹੋ ਗਏ। ਗੁਰਮੁਖ ਸਿੰਘ ਮੁਸਾਫਰ ਦਾ ਨਾਮ ਬੇਟਾ ਤੁਸੀਂ ਸੁਣਿਆ ਹੋਊਗਾ ਪਹਿਲਾਂ ਵੀ। ਇਹ ਪੰਜਾਬੀ ਦੇ ਉਹਨਾਂ ਲੇਖਕਾਂ ਵਿੱਚੋਂ ਹਨ ਜੋ ਇੱਕੋ ਸਮੇਂ ਸਾਹਿਤ ਤੇ ਸੁਤੰਤਰਤਾ ਸੰਗਰਾਮ ਨਾਲ ਜੁੜੇ ਰਹੇ। ਭਾਵ ਇਹਨਾਂ ਨੇ ਸਾਹਿਤ ਦੀ ਰਚਨਾ ਵੀ ਕੀਤੀ ਤੇ ਜਦੋਂ ਅੰਗਰੇਜ਼ਾਂ ਦਾ ਸਾਡੇ ਤੇ ਰਾਜ ਸੀ ਉਦੋਂ ਦੇਸ਼ ਦੀ ਆਜ਼ਾਦੀ ਦੇ ਲਈ ਜੋ ਸੰਘਰਸ਼ ਹੋ ਰਿਹਾ ਸੀ ਦੇਸ਼ ਦੇ ਵਿੱਚ, ਉਹਦੇ ਵਿੱਚ ਵੀ ਵੱਧ ਚੜ੍ਹ ਕੇ ਭਾਗ ਲਿਆ। ਉਹਨਾਂ ਦੀਆਂ ਬਹੁਤੀਆਂ ਕਹਾਣੀਆਂ ਜੇਲ੍ਹ ਜੀਵਨ ਨਾਲ ਹੀ ਸੰਬੰਧ ਰੱਖਦੀਆਂ। ਉਹਨਾਂ ਦੀਆਂ ਕਹਾਣੀਆਂ ਵਿੱਚੋਂ ਰਾਜਨੀਤਿਕ ਚੇਤਨਾ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਸੁਤੰਤਰਤਾ ਸੰਗਰਾਮੀਆਂ ਦੀ ਦ੍ਰਿੜਤਾ, ਅੰਗਰੇਜ਼ਾਂ ਦਾ ਉਹਨਾਂ ਉੱਤੇ ਜ਼ੁਲਮ ਅਤੇ ਰਾਸ਼ਟਰਵਾਦੀ ਭਾਵਨਾ ਨੂੰ ਪੇਸ਼ ਕੀਤਾ। ਉਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਹਨ ਵੱਖਰੀ ਦੁਨੀਆ, ਸਭ ਅੱਛਾ, ਆਲਣੇ ਦੇ ਬੋਟ, ਸਸਤਾ ਤਮਾਸ਼ਾ, ਕੰਧਾਂ ਬੋਲ ਪਈਆਂ। ਉਹਨਾਂ ਦਾ ਇੱਕ ਕਹਾਣੀ ਸੰਗ੍ਰਹਿ ਹੈ ਉਰਵਾਰ ਪਾਰ, ਬਹੁਤ ਹੀ ਪੜ੍ਹਿਆ ਗਿਆ, ਬਹੁਤ ਪਾਠਕਾਂ ਦੁਆਰਾ ਪਸੰਦ ਕੀਤਾ ਗਿਆ, ਜਿਸ ਤੇ ਉਹਨਾਂ ਨੂੰ 1978 ਈਸਵੀ ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪ ਨੇ ਬਹੁਤ ਸਮਾਂ ਜੇਲ੍ਹਾਂ ਕੱਟੀਆਂ ਤੇ ਜਦੋਂ ਦੇਸ਼ ਸੁਤੰਤਰ ਹੋ ਗਿਆ ਉਸ ਤੋਂ ਬਾਅਦ ਆਪ ਲੋਕ ਸਭਾ ਦੇ ਮੈਂਬਰ ਰਹੇ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਇਹਨਾਂ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਆਪਣੇ ਅਨੁਭਵ ਨੂੰ ਬਿਆਨ ਕੀਤਾ ਹੈ। ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਪਾਠਕ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ, ਕਿਉਂਕਿ ਅਸਲ ਦੇ ਵਿੱਚ ਇਹਨਾਂ ਦਾ ਆਪਣਾ ਅਨੁਭਵ, ਆਪਣੇ ਅਨੁਭਵ ਦੀ ਪੇਸ਼ਕਾਰੀ ਹੈ ਜਿਹੜੀ ਉਹ ਪਾਠਕ ਨੂੰ ਆਪਣੇ ਨਾਲ ਇੱਕ-ਮਿਕ ਕਰ ਲੈਂਦੀ ਹੈ। ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਕਹਾਣੀ ਬਾਗੀ ਦੀ ਧੀ ਅਸਲ ਦੇ ਵਿੱਚ ਉਹਨਾਂ ਦੇ ਨਾਲ ਬੀਤੀ ਹੋਈ ਘਟਨਾ ਤੇ ਆਧਾਰਿਤ ਹੈ, ਭਾਵ ਉਹਨਾਂ ਦੀ ਹੱਡ ਬੀਤੀ ਹੈ। ਇਹ ਕਹਾਣੀ ਹੈ ਜਿਹੜੀ ਇਹ ਵੀ ਦੇਸ਼ ਦੀ ਆਜ਼ਾਦੀ ਦੇ ਨਾਲ ਸੰਬੰਧਿਤ ਜੋ ਸੰਘਰਸ਼ ਸੀ ਉਹਦੇ ਵਿੱਚ ਆਮ ਜਨਤਾ ਨੇ ਕਿਸ ਤਰ੍ਹਾਂ ਨਾਲ ਤਸ਼ੱਦਦ ਸਹਿਆ ਉਹਨੂੰ ਬਿਆਨ ਕਰਦੀ ਹੈ। ਤੁਸੀਂ 9ਵੀਂ ਜਮਾਤ ਦੇ ਵਿੱਚ ਗੁਰਮੁਖ ਸਿੰਘ ਮੁਸਾਫਰ ਦੀਆਂ ਕਵਿਤਾਵਾਂ ਵੀ ਪੜ੍ਹੀਆਂ ਨੇ। ਇਹ ਕਵੀ ਦੇ ਵਜੋਂ ਵੀ ਲੇਖਕ ਕਾਫੀ ਸਥਾਪਿਤ ਰਿਹਾ। ਨਾਵਲ, ਕਹਾਣੀਆਂ ਤੇ ਕਵੀ, ਇਹ ਸਾਰਾ ਸਾਹਿਤ ਇਹਨਾਂ ਨੇ ਰਚਿਆ ਤੇ ਹਰ ਖੇਤਰ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਤਾਂ ਇਹ ਬੇਟਾ ਜਿਹੜੀ ਕਹਾਣੀ ਬਾਗੀ ਦੀ ਧੀ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਦੇ ਵਿੱਚ ਇਹਨਾਂ ਨੇ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਘਟਨਾ ਦਾ ਵਰਣਨ ਕੀਤਾ ਹੈ। ਤਾਂ ਇਸ ਕਹਾਣੀ ਦੇ ਰਾਹੀਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਦੋਂ ਦੇਸ਼ ਦੀ ਆਜ਼ਾਦੀ ਦੇ ਲਈ ਸੰਘਰਸ਼ ਚੱਲ ਰਿਹਾ ਸੀ ਤਾਂ ਉਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਦੇਸ਼ ਭਗਤਾਂ ਦੀਆਂ ਜਾਨਾਂ ਗਈਆਂ, ਬਹੁਤ ਸਾਰੇ ਦੇਸ਼ ਭਗਤ ਸ਼ਹੀਦ ਹੋਏ,
ਜਿਨ੍ਹਾਂ ਵਿੱਚੋਂ ਬਹੁਤਿਆਂ ਦੇ ਨਾਂ ਸਾਨੂੰ ਪਤਾ ਹੈ, ਪਰ ਜਿਨ੍ਹਾਂ ਦੇ ਨਾਂ ਸਾਨੂੰ ਨਹੀਂ ਪਤਾ, ਜਿਹੜੇ ਇਤਿਹਾਸ ਦੇ ਵਿੱਚ ਕਿਧਰੇ ਗਵਾਚ ਗਏ, ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਹੈ। ਤਾਂ ਦੇਸ਼ ਦੀ ਆਜ਼ਾਦੀ ਹੈ ਜਿਹੜੀ ਉਹ ਸਿਰਫ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਸ਼ਹੀਦਾਂ ਜਾਂ ਦੇਸ਼ ਭਗਤਾਂ ਦੀ ਦੇਣ ਹੀ ਨਹੀਂ ਬੇਟਾ, ਇਹਨਾਂ ਦੇ ਸਾਰੇ ਪਰਿਵਾਰ ਦੀ ਦੇਣ ਹੈ। ਜੇ ਸਾਰੇ ਪਰਿਵਾਰ ਦੇ ਵਿੱਚੋਂ ਕੋਈ ਇੱਕ ਮੈਂਬਰ ਹੈ ਜਿਹੜਾ ਉਹ ਇਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਵੱਧ ਚੜ ਕੇ ਭਾਗ ਲੈ ਰਿਹਾ ਸੀ, ਤਾਂ ਪਿੱਛੋਂ ਸਾਰਾ ਪਰਿਵਾਰ ਹੈ ਜਿਹੜਾ ਉਹ ਵੀ ਉਸ ਦੀ ਹੌਸਲਾ ਅਫਜ਼ਾਈ ਕਰਦਾ ਸੀ, ਜਿਸ ਦੇ ਕਰਕੇ ਉਹਦਾ ਹੌਸਲਾ ਬਣਿਆ ਰਹਿੰਦਾ ਸੀ ਕਿ ਉਹ ਇਹਨਾਂ ਗਤੀਵਿਧੀਆਂ ਦੇ ਵਿੱਚ ਭਾਗ ਲਵੇ, ਦੇਸ਼ ਦੇ ਲਈ ਕੁਛ ਨਾ ਕੁਛ ਕਰੇ। ਇਹ ਭਾਵਨਾ ਹੈ ਜਿਹੜੀ ਉਹਦੇ ਮਨ ਦੇ ਅੰਦਰ ਹਮੇਸ਼ਾ ਲਈ ਜਗਾਈ ਰੱਖਣ ਦੇ ਵਿੱਚ ਉਹਨਾਂ ਵਿਅਕਤੀਆਂ ਦੇ ਪਰਿਵਾਰ ਦਾ ਬਹੁਤ ਹੀ ਯੋਗਦਾਨ ਰਿਹਾ। ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਬੱਚੇ। ਹੁਣ ਜਦੋਂ ਅਸੀਂ ਇਹ ਕਹਾਣੀ ਪੜ੍ਹਾਂਗੇ ਤਾਂ ਤੁਹਾਨੂੰ ਅਹਿਸਾਸ ਹੋਊਗਾ ਕਿ ਜਿਹੜੇ ਦੇਸ਼ ਭਗਤਾਂ ਨੇ ਸਾਨੂੰ ਇਹ ਆਜ਼ਾਦੀ ਦਿਵਾਈ, ਉਹਨਾਂ ਦੇਸ਼ ਭਗਤਾਂ ਦੇ ਪਰਿਵਾਰਾਂ ਦਾ ਕੀ ਬਣਿਆ। ਅਸੀਂ ਇੰਨਾ ਸੋਚਦੇ ਹੀ ਨਹੀਂ। ਜਦੋਂ ਵੀ ਅਸੀਂ ਪੜ੍ਹਦੇ ਹਾਂ ਦੇਸ਼ ਦੀ ਆਜ਼ਾਦੀ ਬਾਰੇ, ਸਾਨੂੰ ਇੰਨਾ ਕੁ ਹੀ ਪਤਾ ਲੱਗਦਾ ਹੈ ਕਿ ਬਹੁਤ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਬਹੁਤ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ, ਜਿਸ ਦੇ ਕਰਕੇ ਅਸੀਂ ਅੱਜ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ। ਪਰ ਬੇਟਾ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਦੋਂ ਅਸੀਂ ਪੂਰੀ ਗੰਭੀਰਤਾ ਦੇ ਨਾਲ ਪੜ੍ਹਦੇ ਹਾਂ ਤਾਂ ਸਾਨੂੰ ਕੁਝ ਅਜਿਹੇ ਤੱਥਾਂ ਦਾ ਪਤਾ ਲੱਗਦਾ ਹੈ ਜਿਨ੍ਹਾਂ ਬਾਰੇ ਪੜ੍ਹ ਕੇ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਹੈ ਕਿ ਉਹ ਵਿਅਕਤੀ ਹੈ ਜਿਹੜੇ ਉਹਨਾਂ ਦਾ ਹੌਸਲਾ ਤਾਂ ਸੀ ਹੀ ਬਹੁਤ ਜ਼ਿਆਦਾ, ਜਿਸ ਦੇ ਕਰਕੇ ਉਹਨਾਂ ਨੇ ਇੰਨੇ ਜ਼ਿਆਦਾ ਤਸ਼ੱਦਦ ਸਹੇ, ਪਰ ਅਸਲ ਦੇ ਵਿੱਚ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਹੈ ਜਿਹੜੀ ਉਸ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ, ਉਹਨਾਂ ਦੇ ਬੱਚਿਆਂ ਦੀ ਕੁਰਬਾਨੀ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਤਾਂ ਬਹੁਤ ਸਾਰੇ ਲੋਕ ਹੈ ਬੇਟਾ ਜਿਨ੍ਹਾਂ ਨੇ ਸਾਨੂੰ ਇਹ ਅੱਜ ਜੋ ਅਸੀਂ ਮਾਣ ਰਹੇ ਹਾਂ ਇਹ ਆਜ਼ਾਦੀ ਦਿਵਾਈ ਹੈ, ਤਾਂ ਸਾਨੂੰ ਇਹ ਆਜ਼ਾਦੀ ਬਣਾਈ ਰੱਖਣ ਦੇ ਲਈ ਯਤਨ ਕਰਨੇ ਚਾਹੀਦੇ ਹੈ। ਉਹਨਾਂ ਦੁਆਰਾ ਦਿੱਤਾ ਹੋਇਆ ਤਿਆਗ ਜਾਂ ਕੁਰਬਾਨੀ ਹੈ ਜਿਹੜੀ ਉਹਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਤੇ ਹਮੇਸ਼ਾ ਆਪਣੇ ਦੇਸ਼ ਨੂੰ ਤੇ ਆਪਣੇ ਦੇਸ਼ ਦੀ ਆਜ਼ਾਦੀ ਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਇਹਨੂੰ ਬਰਕਰਾਰ ਰੱਖਣ ਦੇ ਲਈ ਯਤਨ ਕਰਦੇ ਰਹਿਣਾ ਚਾਹੀਦਾ। ਤਾਂ ਹੁਣ ਮੈਂ ਤੁਹਾਨੂੰ ਗੁਰਮੁਖ ਸਿੰਘ ਮੁਸਾਫਰ ਦੀ ਇਹ ਕਹਾਣੀ ਬਾਗੀ ਦੀ ਧੀ ਸੁਣਾਉਣੀ ਹੈ, ਤਾਂ ਤੁਸੀਂ ਇਹਨੂੰ ਧਿਆਨ ਦੇ ਨਾਲ ਸੁਣਨਾ ਹੈ। ਇਸ ਕਹਾਣੀ ਦਾ ਸਿਰਲੇਖ ਹੈ ਬਾਗੀ ਦੀ ਧੀ। ਤਾਂ ਇਹਦੇ ਵਿੱਚ ਇੱਕ ਸ਼ਬਦ ਹੈ ਬਾਗੀ। ਬਾਗੀ ਕੌਣ ਹੁੰਦਾ ਬੇਟਾ? ਜਿਹੜਾ ਸਥਾਪਿਤ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ, ਹਕੂਮਤ ਦਾ ਵਿਰੋਧ ਕਰਨ ਵਾਲਾ ਜਿਹੜਾ ਉਸ ਨੂੰ ਬਾਗੀ ਕਿਹਾ ਜਾਂਦਾ। ਹੁਣ ਬਾਗੀ ਵਿਅਕਤੀ ਦੀ ਇੱਕ ਧੀ ਹੈ ਜਿਸ ਦਾ ਨਾਂ ਹੈ ਲਾਜ। ਉਸ ਦੀ ਇਹ ਕਹਾਣੀ ਹੈ। ਇਹ ਜਿਹੜਾ ਬਾਗੀ ਵਿਅਕਤੀ ਹੈ ਇਸ ਦਾ ਨਾਂ ਇਸ ਕਹਾਣੀ ਦੇ ਵਿੱਚ ਹੈ ਕਿਸ਼ਨ ਸਿੰਘ। ਕਿਸ਼ਨ ਸਿੰਘ ਦੀ ਪਤਨੀ ਹੈ ਸ਼ਰਨ ਕੌਰ ਤੇ ਉਹਨਾਂ ਦੀ ਇਹ ਬੱਚੀ ਹੈ 10 ਕੁ ਸਾਲ ਦੀ ਲਾਜ। ਇਹਨਾਂ ਤਿੰਨਾਂ ਪਾਤਰਾਂ ਤੋਂ ਇਲਾਵਾ ਦੋ ਵਿਸ਼ੇਸ਼ ਹੋਰ ਪਾਤਰ ਨੇ। ਕਿਸ਼ਨ ਸਿੰਘ ਦੀ ਭੈਣ ਹੈ ਵੀਰਾਂ ਵਾਲੀ, ਭਾਵ ਲਾਜ ਦੀ ਭੂਆ ਹੈ ਉਹ। ਉਹਦਾ ਪਤੀ ਹੈ ਜਿਸ ਦਾ ਨਾਂ ਹੈ ਹੁਸ਼ਨਾਕ ਸਿੰਘ, ਜਿਹੜਾ ਕਿ ਉਸ ਸਮੇਂ ਦੀ ਅੰਗਰੇਜ਼ ਸਰਕਾਰ ਦੀ ਫੌਜ ਦੇ ਵਿੱਚ ਨੌਕਰੀ ਕਰ ਰਿਹਾ ਹੈ। ਹੁਣ ਕਹਾਣੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਕਿਸ਼ਨ ਸਿੰਘ ਆਪਣੇ ਘਰ ਦੇ ਵਿੱਚ ਹੈ। ਉਹ ਪਹਿਲਾਂ ਬਹੁਤ ਵਾਰ ਜੇਲ੍ਹ ਕੱਟ ਕੇ ਆ ਚੁੱਕਿਆ ਹੈ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਹੀ ਅੰਗਰੇਜ਼ਾਂ ਦੀ। ਹੁਣ ਫਿਰ ਅੰਗਰੇਜ਼ ਇੰਸਪੈਕਟਰ ਹੈ ਜਿਹੜਾ ਉਸ ਨੂੰ ਫੜਨ ਦੇ ਲਈ ਉਹਦੇ ਘਰ ਆਇਆ ਹੋਇਆ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜੇ ਆਗੂ ਫੜੇ ਗਏ ਨੇ ਉਹਨਾਂ ਦੇ ਲਈ ਉਹਨੇ ਭਾਸ਼ਣ ਦਿੱਤਾ ਸੀ, ਉਹਨਾਂ ਦੀ ਪ੍ਰਸ਼ੰਸਾ ਕੀਤੀ ਸੀ, ਤਾਂ ਇਹ ਇੱਕ ਗੁਨਾਹ ਸੀ। ਇਸ ਗੁਨਾਹ ਦੀ ਸਜ਼ਾ ਇਹੀ ਸੀ ਕਿ ਅੰਗਰੇਜ਼ ਅਫਸਰ ਹੈ ਜਿਹੜਾ ਉਹ ਉਹਨੂੰ ਫੜਨ ਦੇ ਲਈ ਆ ਗਿਆ। ਹੁਣ ਇਹ ਪਹਿਲੀ ਵਾਰ ਜੇਲ੍ਹ ਨਹੀਂ ਜਾ ਰਿਹਾ ਤੇ ਫੜਨ ਵਾਲੇ ਉਹਨੂੰ ਪਹਿਲੀ ਵਾਰ ਫੜ ਕੇ ਨਹੀਂ ਲਿਜਾ ਰਹੇ, ਇਸ ਲਈ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਲਈ ਕੋਈ ਇਹ ਖਾਸ ਘਟਨਾ ਨਹੀਂ। ਕਿਸ਼ਨ ਸਿੰਘ ਦੇਖਦਿਆਂ ਹੀ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਮੈਂ ਤਿਆਰ ਬਰ ਤਿਆਰ ਹੈ,
ਹੁਣੇ ਮੈਂ ਤੁਹਾਡੇ ਨਾਲ ਚੱਲਦਾ। ਕਿਉਂਕਿ ਇੰਸਪੈਕਟਰ ਹੈ ਜਿਹੜਾ ਉਹ ਕਾਹਲੀ ਕਰਦਾ ਹੋਇਆ ਉਹਨੂੰ ਦੱਸਦਾ ਹੈ ਕਿ ਜੇਕਰ ਦੇਰ ਹੋ ਗਈ ਤਾਂ ਤੁਹਾਨੂੰ ਫਿਰ ਹਵਾਲਾਤ ਦੇ ਵਿੱਚ ਹੀ ਰਾਤ ਕੱਟਣੀ ਪਊਗੀ। ਤੇ ਹਵਾਲਾਤ ਦੀ ਰਾਤ ਹੈ ਜਿਹੜੀ ਉਹ ਬਹੁਤ ਭਿਆਨਕ ਹੁੰਦੀ ਹੈ, ਕਿਉਂਕਿ ਉੱਥੇ ਬਹੁਤ ਤਸ਼ੱਦਦ ਕੀਤੇ ਜਾਂਦੇ ਹੈ। ਇਸ ਲਈ ਜੇ ਉਹ ਸਮੇਂ ਤੇ ਚਲਾ ਗਿਆ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਊਗਾ। ਪਰ ਕਿਸ਼ਨ ਸਿੰਘ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੁੰਦਾ। ਉਹ ਕਹਿੰਦਾ ਕਿ ਭਾਵੇਂ ਮੈਂ ਦੇਰ ਨਹੀਂ ਕਰਦਾ, ਹੁਣੇ ਤੁਹਾਡੇ ਨਾਲ ਚੱਲਦਾ ਹੈ, ਪਰ ਮੇਰੇ ਲਈ ਜੇਲ੍ਹ ਤੇ ਹਵਾਲਾਤ ਦੇ ਵਿੱਚ ਕੋਈ ਫਰਕ ਨਹੀਂ। ਮੈਂ ਹਵਾਲਾਤ ਦੇ ਵਿੱਚ ਵੀ ਬਥੇਰੀਆਂ ਪਸਲੀਆਂ ਘਸਾਈਆਂ ਨੇ। ਪਰ ਅਸਲ ਦੇ ਵਿੱਚ ਬੇਟਾ ਕਿਸ਼ਨ ਸਿੰਘ ਦੇ ਬੋਲਾਂ ਦੇ ਵਿੱਚ ਉਨੀ ਦ੍ਰਿੜਤਾ ਨਹੀਂ ਜਿੰਨੀ ਹਮੇਸ਼ਾ ਹੁੰਦੀ ਸੀ। ਇਹਦਾ ਕਾਰਨ ਇਹ ਸੀ ਕਿ ਉਸ ਦੀ ਬੱਚੀ ਹੈ ਜਿਹੜੀ ਉਹ ਬਿਮਾਰ ਪਈ ਹੈ, ਉਹਨੂੰ ਬਹੁਤ ਜ਼ਿਆਦਾ ਬੁਖਾਰ ਹੈ। ਕਹਾਣੀ ਅੱਗੇ ਪੜ੍ਹਨ ਤੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਕਈ ਦਿਨਾਂ ਦੀ ਬਿਮਾਰ ਹੈ। ਕਈ ਦਿਨਾਂ ਦਾ ਕਿਸ਼ਨ ਸਿੰਘ ਉਹਦੀ ਦੇਖਭਾਲ ਦੇ ਵਿੱਚ ਲੱਗਿਆ ਹੋਇਆ ਹੈ, ਪਰ ਉਸ ਦਾ ਬੁਖਾਰ ਉਤਰ ਨਹੀਂ ਰਿਹਾ। ਤਾਂ ਉਸ ਵੇਲੇ ਉਹ ਆਪਣੀ ਪਤਨੀ ਨੂੰ ਯਾਦ ਕਰਦਾ ਹੈ ਕਿ ਸ਼ਰਨ ਕੌਰ ਕਿੱਥੇ ਹੈ। ਤਾਂ ਉਹਨੂੰ ਆਪਣੀ ਭੈਣ ਵੀਰਾਂ ਵਾਲੀ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਮੀਟਿੰਗ ਦੇ ਵਿੱਚ ਗਈ ਹੈ। ਇਹ ਗੱਲ ਇੰਸਪੈਕਟਰ ਵੀ ਸੁਣ ਲੈਂਦਾ ਹੈ। ਤਾਂ ਇੱਥੇ ਮੀਟਿੰਗ ਤੋਂ ਉਹਦੇ ਕੰਨ ਖੜੇ ਹੋ ਜਾਂਦੇ ਹੈ, ਕਿਉਂਕਿ ਮੀਟਿੰਗ ਤੋਂ ਭਾਵ ਇਹੀ ਹੈ ਕਿ ਉਹ ਵੀ ਅੰਗਰੇਜ਼ ਸਰਕਾਰ ਦੇ ਵਿਰੁੱਧ ਕਿਸੇ ਗਤੀਵਿਧੀ ਦੇ ਵਿੱਚ ਭਾਗ ਲੈਣ ਗਈ ਹੋਈ ਹੈ। ਤਾਂ ਉਦੋਂ ਹੀ ਇੰਸਪੈਕਟਰ ਹੈ ਜਿਹੜਾ ਉਹ ਅਗਲੀ ਕਾਰਵਾਈ ਲਈ ਚਲਾ ਜਾਂਦਾ ਹੈ। ਉਹਨੂੰ ਕਹਿ ਜਾਂਦਾ ਹੈ ਕਿ ਉਹ ਹੁਣੇ ਆਇਆ, ਤੇ ਕਿਸ਼ਨ ਸਿੰਘ ਨੂੰ ਕੁਝ ਸਮਾਂ ਮਿਲ ਜਾਂਦਾ ਹੈ ਕਿ ਉਹ ਆਪਣੀ ਬਿਮਾਰ ਬੱਚੀ ਦੇ ਕੋਲ ਬੈਠ ਕੇ ਉਹਦੇ ਨਾਲ ਕੋਈ ਗੱਲਬਾਤ ਕਰ ਸਕੇ। ਤਾਂ ਉਹ ਗੱਲਾਂ ਦੇ ਵਿੱਚ ਲਾਜ ਨੂੰ ਕਹਿੰਦਾ ਹੈ ਕਿ ਮੈਂ ਵੀ ਹੁਣ ਤੱਕ ਜੇਲ੍ਹ ਚਲੇ ਜਾਣਾ ਸੀਗਾ। ਮੇਰੇ ਸਾਥੀ ਹੈ ਜਿਹੜੇ ਉਹ ਕਦੇ ਜੇਲ੍ਹ ਚਲੇ ਗਏ, ਪਰ ਉਹਦੇ ਬੁਖਾਰ ਕਰਕੇ ਉਸਦਾ ਇੰਨਾ ਮਨ ਨਹੀਂ ਕਰ ਰਿਹਾ ਕਿ ਉਹ ਹੁਣੇ ਜੇਲ੍ਹ ਜਾਵੇ। ਤਾਂ ਤੁਸੀਂ ਦੇਖੋ ਕਿ ਲਾਜ ਦਾ ਹੌਸਲਾ ਹੈ, ਜਿਸ ਦੇ ਕਾਰਨ ਉਹ ਕਹਿੰਦੀ ਹੈ ਕਿ ਫਿਰ ਤਾਂ ਪਿਤਾ ਜੀ ਮੈਂ ਬਹੁਤ ਹੀ ਬੁਰੀ ਕੁੜੀ ਹਾਂ ਜਿਹੜੀ ਇੰਨਾ ਵਧੀਆ ਤੁਹਾਨੂੰ ਕੰਮ ਕਰਨ ਤੋਂ ਰੋਕ ਰਹੀ ਹੈ ਕਿ ਤੁਸੀਂ ਦੇਸ਼ ਦੀ ਸੇਵਾ ਕਰ ਰਹੇ ਹੋ ਤੇ ਮੈਂ ਵਿੱਚ ਤੁਹਾਡੇ ਰੋੜਾ ਬਣੀ ਹੋਈ ਹੈ। ਇਹ ਸ਼ਬਦ ਸੁਣ ਕੇ ਕਿਸ਼ਨ ਸਿੰਘ ਦਾ ਹੌਸਲਾ ਜਿਹੜਾ ਉਹ ਵੱਧ ਜਾਂਦਾ ਹੈ ਤੇ ਉਹ ਨਿਸ਼ਚਿੰਤ ਹੋ ਕੇ ਬੇਟਾ ਤਿਆਰ ਹੋਣਾ ਸ਼ੁਰੂ ਕਰ ਦਿੰਦਾ ਹੈ ਕਿ ਉਹਨੇ ਹੁਣ ਜੇਲ੍ਹ ਜਾਣਾ। ਤਾਂ ਵੀਰਾਂ ਵਾਲੀ ਹੈ ਜਿਹੜੀ ਉਸ ਨੂੰ ਉਹ ਉਹਦਾ ਦੇਖਭਾਲ ਕਰਨ ਦੇ ਲਈ ਕਹਿ ਦਿੰਦਾ ਲਾਜ ਦੀ, ਤੇ ਵੀਰਾਂ ਵਾਲੀ ਉਸ ਦੀ ਦੇਖਭਾਲ ਕਰਨ ਦੇ ਲਈ ਤਿਆਰ ਹੋ ਜਾਂਦੀ ਹੈ। ਜਦੋਂ ਤਿੰਨੇ ਬੈਠ ਕੇ ਗੱਲਾਂ ਬਾਤਾਂ ਕਰਦੇ ਹੈ ਤਾਂ ਵੀਰਾਂ ਵਾਲੀ ਹੈ ਜਿਹੜੀ ਉਹ ਗੱਲਾਂ ਦੇ ਵਿੱਚ ਲਾਜ ਨੂੰ ਕਹਿੰਦੀ ਹੈ ਕਿ ਤੂੰ ਬਹੁਤ ਛੋਟੀ ਹੈ, ਪਰ ਲਾਜ ਦਾ ਇੰਨਾ ਜ਼ਿਆਦਾ ਹੌਸਲਾ ਹੈ ਕਿ ਉਹ ਕਹਿੰਦੀ ਹੈ ਕਿ ਜਦੋਂ ਮੇਰਾ ਬੁਖਾਰ ਠੀਕ ਹੋਇਆ ਮੈਂ ਵੀ ਪਿਤਾ ਜੀ ਦੇ ਨਾਲ ਜੇਲ੍ਹ ਹੀ ਚਲੇ ਜਾਣਾ। ਮੈਂ ਐਡੀ ਛੋਟੀ ਨਹੀਂ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਹੈ, ਉਹਨਾਂ ਦੀ ਉਮਰ ਕਿੰਨੀ ਸੀ ਭਲਾ। ਮੇਰੀ ਉਮਰ ਤਾਂ ਉਹਨਾਂ ਨਾਲੋਂ ਵੱਡੀ ਹੈ। ਮੈਂ ਤਾਂ ਆਪਣੇ ਦੇਸ਼ ਲਈ ਕੁਝ ਨਾ ਕੁਝ ਕਰ ਹੀ ਸਕਦੀ ਹਾਂ। ਤਾਂ ਉਹਦੀਆਂ ਇੰਨੀਆਂ ਹੌਸਲੇ ਭਰੀਆਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦੀ ਪਰਵਰਿਸ਼ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੋਈ ਹੈ, ਉਸਦੇ ਮਾਤਾ ਪਿਤਾ ਨੇ ਉਸਨੂੰ ਕਿਸ ਤਰ੍ਹਾਂ ਦੇ ਸੰਸਕਾਰ ਦਿੱਤੇ ਹੈ, ਕਿਸ ਤਰ੍ਹਾਂ ਦੇਸ਼ ਭਗਤੀ ਦੀ ਭਾਵਨਾ ਹੈ ਜਿਹੜੀ ਉਸ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਤਾਂ ਬੇਟਾ ਅੱਗੇ ਅਸੀਂ ਦੇਖਦੇ ਹਾਂ ਕਿ ਕਿਸ਼ਨ ਸਿੰਘ ਜੇਲ੍ਹ ਚਲਾ ਜਾਂਦਾ। ਉੱਥੇ ਹੀ ਉਹਨੂੰ ਪਤਾ ਲੱਗਦਾ ਹੈ ਕਿ ਮੀਟਿੰਗ ਦੇ ਵਿੱਚ ਗਈ ਸ਼ਰਨ ਕੌਰ ਹੈ ਜਿਹੜੀ, ਉਸ ਨੂੰ ਵੀ ਪੁਲਿਸ ਨੇ ਫੜ ਲਿਆ। ਬਾਜ਼ਾਰ ਵਿੱਚੋਂ ਜਦੋਂ ਇਸਤਰੀਆਂ ਦਾ ਜਲੂਸ ਨਿਕਲ ਰਿਹਾ ਸੀ, ਉਹਨਾਂ ਦੇ ਹੱਥ ਦੇ ਵਿੱਚ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ। ਉਹ ਰਾਸ਼ਟਰੀ ਝੰਡਾ ਛੱਡ ਨਹੀਂ ਸੀ ਰਹੀਆਂ, ਤਾਂ ਪੁਲਿਸ ਦੇ ਨਾਲ ਉਹਨਾਂ ਦੀ ਝੜਪ ਹੁੰਦੀ ਹੈ। ਤਾਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ। ਜੇਲ੍ਹ ਦੇ ਵਿੱਚ ਪਹੁੰਚ ਕੇ ਵੀ ਉਹ ਝੰਡਾ ਨਹੀਂ ਛੱਡਣਾ ਚਾਹੁੰਦੀਆਂ। ਉਧਰੋਂ ਉਹਨਾਂ ਨੂੰ ਕਿਸ਼ਨ ਸਿੰਘ ਹੈ ਜਿਹੜਾ ਉਹ ਆ ਜਾਂਦਾ ਹੈ, ਦਿਖਾਈ ਦਿੰਦਾ ਹੈ। ਕਿਸ਼ਨ ਸਿੰਘ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ। ਕਿਸ਼ਨ ਸਿੰਘ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਉਹਨੂੰ ਕਹਿੰਦਾ ਹੈ ਕਿ ਹੁਣ ਆਪਾਂ ਨੂੰ ਇਸ ਰਾਸ਼ਟਰੀ ਝੰਡੇ ਪਿੱਛੇ ਇਹਨਾਂ ਦੇ ਨਾਲ, ਪੁਲਿਸ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ, ਕਿਉਂਕਿ ਹੁਣ ਤੱਕ ਜਿੰਨੀ ਦੇਰ ਅਸੀਂ ਆਜ਼ਾਦ ਸੀ, ਬਾਹਰ ਸੀਗੇ, ਉਨੀ ਦੇਰ ਅਸੀਂ ਇਸ ਦਾ ਮਾਣ ਸਤਿਕਾਰ ਰੱਖਿਆ। ਜਦੋਂ ਅਸੀਂ ਅੰਦਰ ਚਲੇ ਗਏ ਹਵਾਲਾਤ ਦੇ ਵਿੱਚ, ਤਾਂ ਇਹਨਾਂ ਨੇ ਇਸ ਝੰਡੇ ਨੂੰ ਪਾੜ ਦੇਣਾ, ਇਹਦੀ ਬੇਇੱਜ਼ਤੀ ਕਰਨੀ ਹੈ। ਇਸ ਲਈ ਇਹ ਝੰਡਾ ਜੇਲ੍ਹ ਦੇ ਵਿੱਚ ਅੰਦਰ ਲਿਜਾਣ ਦੀ ਜਿੱਦ ਜਾਂ ਜੇਲ੍ਹ ਦੀ ਬੈਰਕ ਤੇ ਇਹ ਝੰਡਾ ਲਹਿਰਾਉਣ ਦੀ ਜਿੱਦ ਤੁਹਾਨੂੰ ਹੁਣ ਛੱਡ ਦੇਣੀ ਚਾਹੀਦੀ ਹੈ।
ਇਹਨੂੰ ਸਤਿਕਾਰ ਦੇ ਨਾਲ ਕਾਂਗਰਸ ਦੇ ਦਫ਼ਤਰ ਪਹੁੰਚਾ ਦੇਣਾ ਚਾਹੀਦਾ। ਤਾਂ ਉੱਥੇ ਸ਼ਰਨ ਕੌਰ ਹੈ ਜਿਹੜੀ, ਉਹ ਇਹ ਗੱਲ ਮੰਨ ਜਾਂਦੀ ਹੈ। ਇਸੇ ਤਰ੍ਹਾਂ ਕੀਤਾ ਜਾਂਦਾ ਹੈ। ਉਹ ਆਪਣੀ ਪਤੀ ਤੋਂ ਲਾਜ ਦਾ ਹਾਲ ਪੁੱਛਣਾ ਚਾਹੁੰਦੀ ਹੈ, ਪਰ ਉਹਨੂੰ ਸਮਾਂ ਨਹੀਂ ਮਿਲਦਾ। ਦੋਨੇ ਪਤੀ ਪਤਨੀ ਅਲੱਗ-ਅਲੱਗ ਜੇਲ੍ਹ ਦੇ ਵਿੱਚ, ਉਹ ਇਸਤਰੀਆਂ ਵਾਲੀ ਜੇਲ੍ਹ ਦੇ ਵਿੱਚ ਤੇ ਉਹ ਆਦਮੀਆਂ ਵਾਲੀ ਜੇਲ੍ਹ ਦੇ ਵਿੱਚ ਚਲੇ ਜਾਂਦੇ ਆ। ਹੁਣ ਬੇਟਾ ਦੋਨੇ ਪਤੀ ਪਤਨੀ ਜੇਲ੍ਹ ਚਲੇ ਗਏ। ਘਰੇ 10 ਸਾਲ ਦੀ ਬੱਚੀ ਹੈ ਜਿਹੜੀ, ਉਹ ਬਿਮਾਰ ਹੈ। ਉਹਦੇ ਕੋਲ ਵੀਰਾਂ ਵਾਲੀ ਭੂਆ ਹੈ ਦੇਖਭਾਲ ਕਰਨ ਦੇ ਲਈ, ਪਰ ਅਸਲ ਦੇ ਵਿੱਚ ਭੂਆ ਹੈ ਜਿਹੜੀ, ਉਸਦਾ ਵਿਆਹ ਹੋ ਚੁੱਕਿਆ। ਉਹਦਾ ਪਤੀ ਹੈ ਜਿਹੜਾ, ਉਹ ਫੌਜ ਦੇ ਵਿੱਚ ਹੈ। ਹੁਣ ਜਿੰਨੀ ਦੇਰ ਤੱਕ ਤਾਂ ਉਹ ਆਪਣੇ ਭਰਾ ਦੇ ਘਰ ਹੈ, ਓਨੀ ਦੇਰ ਉਹ ਲਾਜ ਦੀ ਦੇਖਭਾਲ ਕਰਦੀ ਹੈ, ਉਹਨੂੰ ਦਵਾਈ ਦਿੰਦੀ ਹੈ। ਛੇਤੀ ਹੀ ਲਾਜ ਹੈ ਜਿਹੜੀ, ਉਹ ਆਪਣੇ ਹੌਸਲੇ ਕਰਕੇ ਜਾਂ ਦੇਖਭਾਲ ਕਰਕੇ ਉਹ ਠੀਕ ਵੀ ਹੋ ਜਾਂਦੀ ਹੈ ਤੇ ਹੱਸਣ ਖੇਡਣ ਲੱਗ ਜਾਂਦੀ ਹੈ। ਇਸੇ ਦੌਰਾਨ ਬੇਟਾ ਵੀਰਾਂ ਵਾਲੀ ਦਾ ਪਤੀ ਹੈ ਜਿਹੜਾ, ਹੁਸ਼ਨਾਕ, ਉਹ ਛੁੱਟੀ ਆ ਜਾਂਦਾ। ਹੁਣ ਉੱਥੇ ਛਾਉਣੀ ਦੇ ਵਿੱਚ ਤਾਂ ਅਖਬਾਰ ਆਉਂਦੀ ਨਹੀਂ, ਪਰ ਉਹਨੂੰ ਰਾਹ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਦੋਨੇ ਪਤੀ ਪਤਨੀ ਹੈ ਜਿਹੜੇ, ਜਿਨ੍ਹਾਂ ਨੂੰ ਉਹ ਬਾਗੀ ਕਹਿੰਦਾ, ਉਹ ਤਾਂ ਜੇਲ੍ਹ ਚਲੇ ਗਏ, ਪਰ ਬਾਗੀ ਦੀ ਧੀ ਹੈ ਜਿਹੜੀ, ਉਸ ਦੀ ਦੇਖਭਾਲ ਵੀਰਾਂ ਵਾਲੀ ਕਰ ਰਹੀ ਹੈ। ਤਾਂ ਇਸ ਗੱਲ ਤੇ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ। ਹੁਣ ਇਸ ਗੁੱਸੇ ਦਾ ਕੀ ਕਾਰਨ ਹੈ? ਇਸ ਗੁੱਸੇ ਦਾ ਕਾਰਨ ਇਹ ਹੈ ਕਿ ਉਹ ਅੰਗਰੇਜ਼ਾਂ ਦੀ ਨੌਕਰੀ ਕਰ ਰਿਹਾ ਹੈ, ਜਿੱਥੇ ਉਹਨੂੰ ਉਮੀਦ ਹੈ ਕਿ ਹੁਣ ਜਦੋਂ ਜੰਗ ਬੰਦ ਹੋਈ ਤਾਂ ਉਹ ਸੂਬੇਦਾਰ ਬਣ ਜਾਊਗਾ, ਭਾਵ ਉਹਦੀ ਤਰੱਕੀ ਹੋ ਜਾਣੀ ਹੈ। ਨਾਲ ਹੀ ਉਹਨੂੰ ਇਸ ਗੱਲ ਦਾ ਤੌਖਲਾ ਹੈ ਕਿ ਜੇ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਬਾਗੀ ਉਹਦੇ ਰਿਸ਼ਤੇਦਾਰ ਹੈ, ਤਾਂ ਫਿਰ ਉਹਦੀ ਤਰੱਕੀ ਤਾਂ ਕੀ ਕਰਨੀ, ਉਹਨੂੰ ਨੌਕਰੀ ਦੇ ਵਿੱਚੋਂ ਵੀ ਕੱਢ ਦੇਣਗੇ। ਤਾਂ ਇਸ ਤਰ੍ਹਾਂ ਦੀ ਸੋਚ ਹੋਣ ਕਾਰਨ ਬੇਟਾ ਹੁਸ਼ਨਾਕ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਉਸ ਦੀ ਪਤਨੀ ਹੈ ਜਿਹੜੀ, ਉਹਨੂੰ ਲਾਜ ਨੂੰ ਆਪਣੇ ਕੋਲ ਰੱਖੇ ਜਾਂ ਲਾਜ ਦੀ ਕੋਈ ਦੇਖਭਾਲ ਕਰੇ। ਤਾਂ ਜਦੋਂ ਉਹ ਘਰ ਆਉਂਦਾ ਤਾਂ ਉਹ ਆਪਣੀ ਪਤਨੀ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਨਹੀਂ ਕਰਦਾ, ਉਹਦੇ ਨਾਲ ਨਾਰਾਜ਼ਗੀ ਦਿਖਾਉਂਦਾ। ਆਸੇ-ਪਾਸੇ ਦੇ ਲੋਕ ਹੈ ਜਿਹੜੇ, ਉਹ ਮਿਲਣ ਆਉਂਦੇ ਹੈ। ਜਦੋਂ ਉਹ ਚਲੇ ਜਾਂਦੇ ਆ ਰਾਤ ਨੂੰ, ਵੀਰਾਂ ਵਾਲੀ ਉਹਦੇ ਨਾਲ ਗੱਲ ਕਰਨਾ ਚਾਹੁੰਦੀ ਹੈ, ਉਹਦਾ ਹਾਲ ਚਾਲ ਪੁੱਛਣਾ ਚਾਹੁੰਦੀ ਹੈ, ਨਾਰਾਜ਼ਗੀ ਦਾ ਕਾਰਨ ਜਾਣਨਾ ਚਾਹੁੰਦੀ ਹੈ, ਪਰ ਉਹ ਬੇਟਾ ਦੋ ਟੁਕ ਗੱਲ ਕਰ ਦਿੰਦਾ ਕਿ ਬਾਗੀ ਦੀ ਧੀ ਦੇ ਨਾਲ ਉਸਦੇ ਸਬੰਧ ਜਾਂ ਬਾਗੀਆਂ ਦੇ ਪਰਿਵਾਰ ਦੇ ਨਾਲ ਉਸਦੇ ਸਬੰਧ ਉਹਨੂੰ ਪਸੰਦ ਨਹੀਂ। ਤਾਂ ਹੁਣ ਬੇਟਾ ਵੀਰਾਂ ਵਾਲੀ ਦੀ ਹਾਲਤ ਹੈ ਜਿਹੜੀ, ਉਹ ਬਹੁਤ ਹੀ ਜ਼ਿਆਦਾ ਤਰਸਯੋਗ ਹੁੰਦੀ ਹੈ। ਨਾ ਤਾਂ ਉਹ ਆਪਣੀ ਭਰਾ ਦੀ ਜਿਹੜੀ ਅਮਾਨਤ ਹੈ ਉਸ ਨੂੰ ਛੱਡ ਸਕਦੀ ਹੈ, ਤੇ ਨਾ ਹੀ ਉਹ ਆਪਣੇ ਪਤੀ ਦੇ ਹੁਕਮ ਨੂੰ ਛੱਡ ਸਕਦੀ ਹੈ। ਉਹਦਾ ਹੁਕਮ ਵੀ ਉਹਨੂੰ ਮੰਨਣਾ ਹੀ ਪੈਣਾ। ਹੁਣ ਉਹ ਬੇਬਸ ਹੈ। ਬੇਬਸੀ ਦੇ ਵਿੱਚ ਉਹ ਆਪਣੇ ਪਤੀ ਨੂੰ ਸਮਝਾਉਣ ਦਾ ਯਤਨ ਕਰਦੀ ਹੈ। ਉਹ ਸਾਰੀ ਰਾਤ ਉਹਦੇ ਕੋਲ ਬੈਠੀ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ, ਸਾਰੀ ਰਾਤ ਰੋਂਦੀ ਰਹਿੰਦੀ ਹੈ, ਪਰ ਉਹਦਾ ਪਤੀ ਹੈ ਜਿਹੜਾ, ਉਹ ਪੱਥਰ ਬਣਿਆ ਰਹਿੰਦਾ। ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਗੱਲ ਆਸੇ-ਪਾਸੇ ਰਿਸ਼ਤੇਦਾਰਾਂ ਤੱਕ ਵੀ ਪਹੁੰਚ ਜਾਂਦੀ ਹੈ। ਰਿਸ਼ਤੇਦਾਰ ਵੀ ਉਹਨੂੰ ਸਮਝਾਉਣ ਆਉਂਦੇ ਹੈ ਕਿ ਇਹਦੇ ਨਾਲ ਉਹਦੀ ਨੌਕਰੀ ਨੂੰ ਕੋਈ ਖਤਰਾ ਨਹੀਂ ਹੋਣਾ, ਪਰ ਬੇਟਾ ਹੁਸ਼ਨਾਕ ਸਿੰਘ ਹੈ ਜਿਹੜਾ, ਉਹ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦਾ, ਬਿਲਕੁਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਤਾਂ ਬਾਗੀ ਦੀ ਧੀ ਨੂੰ ਆਪਣੀ ਨੌਕਰੀ ਦੇ ਲਈ ਖਤਰਾ ਹੀ ਸਮਝਦਾ। ਹੁਣ ਜਦੋਂ ਹੁਸ਼ਨਾਕ ਦੀ ਖਤਮ ਹੋ ਜਾਂਦੀ ਹੈ ਛੁੱਟੀ, ਤਾਂ ਉਹਨੇ ਵਾਪਸ ਜਾਣਾ। ਵਾਪਸ ਜਾਣ ਲੱਗਿਆ ਉਹ ਵੀਰਾਂ ਵਾਲੀ ਨੂੰ ਆਪਣੇ ਘਰ ਦੀਆਂ ਚਾਬੀਆਂ ਵੀ ਨਾਲ ਲੈ ਜਾਂਦਾ। ਲਾਜ ਬਾਹਰ ਖੇਡ ਰਹੀ ਹੁੰਦੀ ਹੈ, ਉਹਨੂੰ ਬਾਹਰ ਉਸੇ ਤਰ੍ਹਾਂ ਖੇਡਦੀ ਨੂੰ ਉਹ ਉੱਥੇ ਹੀ ਛੱਡ ਜਾਂਦਾ। ਹੁਣ ਲਾਜ ਭਾਵੇਂ 10 ਸਾਲ ਦੀ ਬੱਚੀ ਹੈ, ਪਰ ਘਰ ਦੇ ਵਿੱਚ ਜੋ ਗੱਲਬਾਤ ਚੱਲਦੀ ਹੈ ਉਹ ਉਹਨੂੰ ਸੁਣਦੀ ਰਹਿੰਦੀ ਹੈ। ਉਹਨੂੰ ਪਤਾ ਹੈ ਕਿ ਉਹਦਾ ਫੁੱਫੜ ਪਸੰਦ ਨਹੀਂ ਕਰਦਾ ਉਹਨੂੰ ਬਾਗੀ ਦੀ ਧੀ ਕਹਿੰਦਾ, ਪਰ ਉਹਨੂੰ ਇੰਨਾ ਨਹੀਂ ਸੀ ਅਹਿਸਾਸ ਕਿ ਇਸ ਤਰ੍ਹਾਂ ਨਾਲ ਉਹਨੂੰ ਛੱਡ ਕੇ ਉਹ ਚਲੇ ਜਾਣਗੇ। ਤਾਂ ਹੁਣ ਗੱਲ ਇਹ ਹੈ ਬੇਟਾ ਕਿ ਪਤੀ ਪਤਨੀ ਦੋਨੇ ਦੇਸ਼ ਦੀ ਆਜ਼ਾਦੀ ਦੇ ਲਈ
ਸੰਘਰਸ਼ ਦੇ ਵਿੱਚ ਭਾਗ ਲੈਂਦੇ ਹੋਏ ਅੰਗਰੇਜ਼ਾਂ ਦੀ ਜੇਲ੍ਹ ਕੱਟ ਰਹੇ ਹੈ ਤੇ ਉਹਨਾਂ ਦਾ ਬੱਚਾ ਜੋ ਕਿ ਬਿਮਾਰ ਵੀ ਹੈ ਉਹ ਗਲੀਆਂ ਦੇ ਵਿੱਚ ਰੋਲ ਰਿਹਾ ਹੈ। ਉਹਨਾਂ ਦੇ ਆਪਣੇ ਰਿਸ਼ਤੇਦਾਰ ਹੀ ਉਸ ਨੂੰ ਸਾਂਭਣ ਤੋਂ ਇਨਕਾਰ ਕਰ ਰਹੇ ਹੈ, ਸਿਰਫ ਇਸ ਗੱਲ ਕਰਕੇ ਕਿ ਅੰਗਰੇਜ਼ਾਂ ਦੀ ਨੌਕਰੀ ਦੇ ਵਿੱਚ ਉਹਨੂੰ ਤਰੱਕੀ ਨਹੀਂ ਮਿਲਣੀ। ਤਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬੇਟਾ ਇੱਕ ਦਿਨ ਵੀਰਾਂ ਵਾਲੀ ਹੈ ਜਿਹੜੀ 1 ਸਾਲ ਤੇ 2 ਮਹੀਨੇ ਬਾਅਦ ਉਹ ਆਪਣੇ ਭਰਾ ਨੂੰ ਮਿਲਣ ਜਾਂਦੀ ਹੈ ਸੈਂਟਰਲ ਜੇਲ੍ਹ ਮੁਲਤਾਨ ਦੇ ਵਿੱਚ। ਉੱਥੇ 1 ਘੰਟੇ ਦੀ ਮੁਲਾਕਾਤ ਹੁੰਦੀ ਹੈ ਦੋਨਾਂ ਭੈਣ ਭਰਾਵਾਂ ਦੀ। ਜਾਂਦਿਆਂ ਹੀ ਭੈਣ ਹੈ ਜਿਹੜੀ ਉਹ ਆਪਣੇ ਭਰਾ ਨੂੰ ਪੁੱਛਦੀ ਹੈ ਕਿ ਇਲਾਜ ਦਾ ਕੀ ਬਣਿਆ। ਹੁਣ ਭਰਾ ਤਾਂ ਜੇਲ੍ਹ ਦੇ ਵਿੱਚ ਹੈ, ਉਹਨੂੰ ਕਹਿੰਦਾ ਅਸੀਂ ਤਾਂ ਤੇਰੇ ਪਾਸ ਅਮਾਨਤ ਛੱਡ ਆਏ ਸੀ। ਤਾਂ ਉਸ 1 ਘੰਟੇ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਹੋਰ ਕੋਈ ਗੱਲਬਾਤ ਨਹੀਂ ਹੁੰਦੀ। ਇਸ ਗੱਲਬਾਤ ਤੋਂ ਇਲਾਵਾ ਸਿਰਫ ਵੀਰਾਂ ਵਾਲੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਹੀ ਵਗਦੇ ਹੈ ਤੇ ਉਹਦਾ ਭਰਾ ਹੈ ਜਿਹੜਾ ਉਹਦੀ ਬੇਬਸੀ ਨੂੰ ਸਮਝਦਾ ਹੈ। ਇਹ ਬੇਟਾ ਉਹਨਾਂ ਦੀ ਆਖਰੀ ਮਿਲਣੀ ਹੁੰਦੀ ਹੈ। ਆਖਰੀ ਮਿਲਣੀ ਉਹਨਾਂ ਦੀ ਇਸ ਲਈ ਹੁੰਦੀ ਹੈ ਕਿਉਂਕਿ ਖੁਸ਼ਨਾਕ ਹੈ ਜਿਹੜਾ ਉਹਨੂੰ ਬਿਲਕੁਲ ਪਸੰਦ ਨਹੀਂ ਕਿ ਬਾਗੀਆਂ ਦੇ ਪਰਿਵਾਰ ਨਾਲ ਉਹਦੀ ਪਤਨੀ ਕੋਈ ਸੰਬੰਧ ਰੱਖੇ। ਹੁਣ ਉਹ ਇੱਕ ਸਖਤ ਕੈਦ ਦੇ ਵਿੱਚ ਹੈ। ਉਹ ਬਿਨਾਂ ਦੱਸੇ ਉਹਨੂੰ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਭਰਾ ਨੂੰ ਮਿਲਣ ਆਈ ਹੁੰਦੀ ਹੈ। ਹੁਣ ਉਹਨੂੰ ਇੰਨੀ ਵੀ ਇਜਾਜ਼ਤ ਨਹੀਂ ਹੈ ਕਿ ਉਹ ਜਾ ਕੇ ਇਲਾਜ ਦਾ ਪਤਾ ਕਰ ਸਕੇ ਕਿ ਉਹ ਕਿੱਥੇ ਹੈ, ਕਿਸ ਹਾਲਤ ਦੇ ਵਿੱਚ ਹੈ। ਪਰ ਉਹਨੂੰ ਮਨ ਦੇ ਵਿੱਚ ਇਹ ਅਹਿਸਾਸ ਹੈ ਕਿ ਉਹਨੇ ਆਪਣੇ ਭਰਾ ਦੀ ਅਮਾਨਤ ਨੂੰ ਸਾਂਭਿਆ ਨਹੀਂ, ਜਦ ਕਿ ਉਹਦੀ ਜ਼ਿੰਮੇਵਾਰੀ ਬਣਦੀ ਸੀ, ਉਹਨੂੰ ਸੰਭਾਲਣਾ ਚਾਹੀਦਾ ਸੀ। ਇਹ ਸਦਮਾ ਉਹਨੂੰ ਅੰਦਰੇ ਅੰਦਰ ਖਾਈ ਜਾਂਦਾ ਹੈ। ਬਹੁਤ ਬਿਮਾਰ ਹੋ ਜਾਂਦੀ ਹੈ। ਖੁਸ਼ਨਾਕ ਉਹਦਾ ਬਹੁਤ ਇਲਾਜ ਕਰਾਉਂਦਾ ਹੈ, ਪਰ ਅਸਲ ਦੇ ਵਿੱਚ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਤਾਂ ਉਹ ਕਰਾਉਣਾ ਹੀ ਨਹੀਂ ਚਾਹੁੰਦਾ। ਉਹਨੂੰ ਬਿਮਾਰੀ ਤਾਂ ਸਿਰਫ ਇਹੀ ਹੈ ਕਿ ਉਹ ਇਲਾਜ ਦਾ ਧਿਆਨ ਨਹੀਂ ਰੱਖ ਸਕੀ, ਉਹ ਆਪਣਾ ਰਿਸ਼ਤਾ ਨਹੀਂ ਨਿਭਾ ਸਕੀ। ਤਾਂ ਇਸ ਤੌਖਲੇ ਦੇ ਵਿੱਚ ਹੀ ਬੇਟਾ ਉਹ ਇੱਕ ਦਿਨ ਮਰ ਜਾਂਦੀ ਹੈ। ਇਹ ਜਿਹੜੀ ਚਿੰਤਾ, ਇਹ ਸ਼ਰਮ, ਇਹ ਸੋਚ ਉਹਨੂੰ ਅੰਦਰੇ ਅੰਦਰ ਖਤਮ ਕਰ ਦਿੰਦੀ ਹੈ। ਉਸ ਤੋਂ ਬਾਅਦ ਕਹਾਣੀਕਾਰ ਦੱਸਦਾ ਹੈ ਕਿ ਸ਼ਰਨ ਕੌਰ ਹੈ ਜਿਹੜੀ, ਉਸ ਦੀ ਸਜ਼ਾ ਖਤਮ ਹੋ ਜਾਂਦੀ ਹੈ। ਉਹਨੂੰ ਕਿਸ਼ਨ ਸਿੰਘ ਨਾਲੋਂ ਘੱਟ ਸਜ਼ਾ ਮਿਲੀ ਸੀ। ਹੁਣ ਉਹਨੂੰ ਪਤਾ ਲੱਗਦਾ ਹੈ ਕਿ ਉਸ ਦੀ ਬੱਚੀ ਹੈ ਜਿਹੜੀ ਉਹ ਲਾਹੌਰ ਦੇ ਵਿੱਚ ਤਪਦਿਕ ਹਸਪਤਾਲ ਦੇ ਵਿੱਚ ਦਾਖਲ ਹੈ। ਉੱਥੇ ਉਹ ਆਪਣੀ ਬੱਚੀ ਨੂੰ ਮਿਲਣ ਦੇ ਲਈ ਜਾਂਦੀ ਹੈ। ਤਾਂ ਉਸ ਸਮੇਂ ਮਰੀਜ਼ਾਂ ਦੇ ਆਰਾਮ ਕਰਨ ਦਾ ਸਮਾਂ ਹੁੰਦਾ ਹੈ, ਪਰ ਉਹਨੂੰ ਦੇਖ ਕੇ ਇੱਕ ਜਮਾਂਦਾਰਨੀ ਜਿਹੜੀ ਉੱਥੇ ਸਫਾਈ ਦਾ ਕੰਮ ਕਰਦੀ ਹੈ ਉਹ ਆ ਜਾਂਦੀ ਹੈ। ਉਹਦੇ ਨਾਲ ਸ਼ਰਨ ਕੌਰ ਦੀ ਗੱਲਬਾਤ ਹੁੰਦੀ ਹੈ। ਜਦੋਂ ਸ਼ਰਨ ਕੌਰ ਦੱਸਦੀ ਹੈ ਕਿ ਆਪਣੀ ਬੱਚੀ ਨੂੰ ਉਹਨਾਂ ਨੇ ਆਪ ਨਹੀਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ, ਉਹ ਤਾਂ ਦੋਨੇ ਜੀ ਜੇਲ੍ਹ ਦੇ ਵਿੱਚ ਸੀ, ਤਾਂ ਜਮਾਂਦਾਰਨੀ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਸ ਕੁੜੀ ਦੀ ਗੱਲ ਕਰਦੀ ਹੈ। ਉਹ ਦੱਸਦੀ ਹੈ ਕਿ ਉਹ ਪਤਲੀ 12-13 ਸਾਲਾਂ ਦੀ ਕੁੜੀ ਹੈ, ਬਹੁਤ ਹੀ ਮਿੱਠੀਆਂ ਗੱਲਾਂ ਕਰਦੀ ਹੈ। ਉਹ ਆਪਣੀ ਭੂਆ ਕੋਲ ਰਹਿੰਦੀ ਸੀ ਤੇ ਇੱਕ ਦਿਨ ਉਹਦਾ ਫੁੱਫੜ ਹੈ ਜਿਹੜਾ ਉਹ ਭੂਆ ਨੂੰ ਲੈ ਕੇ ਚਲਾ ਜਾਂਦਾ। ਉਹਨੂੰ ਕਿਵੇਂ ਪਤਾ ਲੱਗਦਾ? ਕਿਉਂਕਿ ਜਮਾਂਦਾਰਨੀ ਦੱਸਦੀ ਹੈ ਕਿ ਉਹਨੇ ਕਿਸੇ ਕੁੜੀ ਤੋਂ ਪੁੱਛਿਆ ਸੀ ਬਾਗੀ ਕਿਸ ਨੂੰ ਆਖਦੇ ਆ। ਫਿਰ ਉਹਨੇ ਆਪ ਹੀ ਦੱਸਿਆ ਸੀ ਕਿ ਮੇਰਾ ਫੁੱਫੜ ਮੇਰੀ ਭੂਆ ਨੂੰ ਆਖਦਾ ਸੀ ਤੂੰ ਬਾਗੀਆਂ ਦੀ ਧੀ ਨੂੰ ਕਿਉਂ ਲਿਆਂਦਾ। ਉਸੇ ਦਿਨ ਤੋਂ ਕਹਿੰਦੇ ਉੱਥੇ ਹਸਪਤਾਲ ਦੇ ਵਿੱਚ ਉਹਦਾ ਨਾਂ ਬਾਗੀ ਦੀ ਧੀ ਪੈ ਗਿਆ। ਹੁਣ ਕਹਿੰਦੇ ਜਦੋਂ ਵੀ ਡਾਕਟਰ ਆਉਂਦਾ ਉਹ ਹਮੇਸ਼ਾ ਡਾਕਟਰ ਨੂੰ ਇਹੀ ਕਹਿੰਦੀ ਹੈ ਮੈਨੂੰ ਮੇਰੇ ਪਿਤਾ ਜੀ ਕੋਲ ਜੇਲ੍ਹ ਲੈ ਚੱਲੋ। ਤਾਂ ਡਾਕਟਰ ਉਹਦੀ ਗੱਲ ਸੁਣ ਕੇ ਹੱਸ ਛੱਡਦਾ। ਆਖੀਰ ਤੇ ਜਮਾਂਦਾਰਨੀ ਹੈ ਜਿਹੜੀ ਉਹ ਸ਼ਰਨ ਕੌਰ ਨੂੰ ਕਹਿੰਦੀ ਹੈ ਕਿ ਹੁਣ ਤਾਂ ਉਹ ਬਸ ਤੁਹਾਨੂੰ ਹੀ ਉਡੀਕਦੀ ਹੈ। ਭਾਵ ਉਹ ਹੁਣ ਬਹੁਤ ਜ਼ਿਆਦਾ ਬਿਮਾਰ ਹੈ, ਉਹਦੀ ਹਾਲਤ ਬਹੁਤ ਖਰਾਬ ਹੈ। ਕਿਉਂਕਿ ਉਹ ਦੱਸਦੀ ਹੈ ਕਿ ਉਹ ਸਾਰੀ ਰਾਤ ਠੰਡ ਦੇ ਵਿੱਚ ਦਰਵਾਜ਼ੇ ਦੇ ਉੱਤੇ ਹੀ ਬੈਠੀ ਰਹੀ, ਉਹਨੂੰ ਬੁਖਾਰ ਚੜ੍ਹ ਗਿਆ। ਉਸ ਤੋਂ ਬਾਅਦ ਕਿਸ਼ਨ ਸਿੰਘ ਦਾ ਕੋਈ ਦੋਸਤ ਉਹਨੂੰ ਆਪਣੇ ਘਰ ਲੈ ਗਿਆ ਸੀ। ਉਹਨੇ ਆਪਣੇ ਘਰ ਕੁਝ ਦਿਨ ਰੱਖਿਆ, ਪਰ ਜਦੋਂ ਉਹਦਾ ਬੁਖਾਰ ਠੀਕ ਹੀ ਨਾ ਹੋਇਆ ਤਾਂ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਕੇ ਚਲਾ ਗਿਆ।
ਸ਼ਰਨ ਕੌਰ ਬੇਟਾ ਜਦੋਂ ਉੱਥੇ ਜਾਂਦੀ ਹੈ ਅੰਦਰ ਹਸਪਤਾਲ ਦੇ, ਦੇਖਦੀ ਹੈ ਵਾਰਡ ਦੇ ਵਿੱਚ ਕਿ ਉਸ ਦੀ ਬੱਚੀ ਹੈ ਜਿਹੜੀ ਉਹ ਹਸਪਤਾਲ ਦੇ ਬਿਸਤਰ ਤੇ ਬਿਮਾਰ ਪਈ ਹੈ। ਇਲਾਜ ਹੈ ਜਿਹੜੀ ਉਹ ਵੀ ਆਪਣੀ ਮਾਂ ਵੱਲ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਇੱਥੇ ਇਹਨਾਂ ਦੋਵਾਂ ਦੀ ਵੀ ਇਹ ਆਖਰੀ ਮੁਲਾਕਾਤ ਹੀ ਸੀ, ਕਿਉਂਕਿ ਉਸ ਤੋਂ ਬਾਅਦ ਇਲਾਜ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ, ਉਸ ਦੀ ਮੌਤ ਹੋ ਜਾਂਦੀ ਹੈ। ਇਹ ਕਹਾਣੀ ਸੀ ਬੇਟਾ ਬਾਗੀ ਦੀ ਧੀ। ਤਾਂ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦਾ ਹੈ ਕਿ ਜਿਨ੍ਹਾਂ ਦੇਸ਼ ਭਗਤਾਂ ਦੇ ਨਾਂ ਅਸੀਂ ਜਾਣਦੇ ਹਾਂ, ਜਿਨ੍ਹਾਂ ਸ਼ਹੀਦਾਂ ਦੇ ਨਾਂ ਅਸੀਂ ਜਾਣਦੇ ਹਾਂ, ਉਸ ਤੋਂ ਇਲਾਵਾ ਪਤਾ ਹੀ ਨਹੀਂ ਗਿਣਤੀ ਦੇ ਵਿੱਚ ਕਿੰਨੇ ਵਿਅਕਤੀ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਉਹਨਾਂ ਵਿਅਕਤੀਆਂ ਦੇ ਵਿੱਚੋਂ ਹੀ ਇੱਕ ਇਹ ਲਾਜਵੀ ਸੀ, ਜਿਹੜੀ ਆਪਣੇ ਮਾਂ-ਬਾਪ ਦੇ ਹੁੰਦਿਆਂ ਵੀ ਯਤੀਮਾਂ ਵਰਗੀ ਜ਼ਿੰਦਗੀ ਜਿਉਂਦੀ ਹੈ ਤੇ ਅਖੀਰ ਤੇ ਆਪਣੇ ਮਾਂ-ਬਾਪ ਦੀ ਉਡੀਕ ਕਰਦੀ ਕਰਦੀ ਹੀ ਖਤਮ ਹੋ ਜਾਂਦੀ ਹੈ। ਇੱਥੇ ਕਹਾਣੀ ਬੇਟਾ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਇਸ ਕਹਾਣੀ ਦਾ ਅਭਿਆਸ ਹੈ। ਇਹ ਜੋ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ, ਇਹ ਸਾਰੀ ਦੀ ਸਾਰੀ ਇਸ ਕਹਾਣੀ ਦੇ ਸਾਰ ਦੇ ਰੂਪ ਦੇ ਵਿੱਚ ਜੇ ਤੁਹਾਨੂੰ ਪ੍ਰਸ਼ਨ ਆਉਂਦਾ ਹੈ ਤਾਂ ਤੁਸੀਂ ਇਹ ਸਾਰੀ ਕਹਾਣੀ ਲਿਖ ਸਕਦੇ ਹੋ। ਇਸ ਕਹਾਣੀ ਨੂੰ ਜੇ ਤੁਸੀਂ ਧਿਆਨ ਨਾਲ ਸੁਣਿਆ ਤਾਂ ਇਸ ਦੇ ਪਿੱਛੇ ਅਭਿਆਸ ਦੇ ਪ੍ਰਸ਼ਨ ਉੱਤਰ ਨੇ, ਉਹਨਾਂ ਨੂੰ ਤੁਸੀਂ ਬੜੀ ਹੀ ਸੌਖੀ ਤਰ੍ਹਾਂ ਦੇ ਨਾਲ ਹੱਲ ਕਰ ਸਕਦੇ ਹੋ।